ਐਮਐਲਏ ਭੁਲੱਥ ਸੁਖਪਾਲ ਖਹਿਰਾ ਵੱਲੋਂ ਅੱਜ ਪੁਲਿਸ ਕਸਟਡੀ ਦੇ ਵਿੱਚੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ। ਦੇ ਦਿੱਤਾ ਵੱਡਾ ਬਿਆਨ, ਵੇਖੋ ਪੂਰੀ ਰਿਪੋर्ट। बिल्कुल एंड टेक के तुहाडे नाल गल करूंगा जी। देखो गल ये आ कि भगवंत मान ने अपनी प्यास बुझाई आ खैरे नूं अरेस्ट करके कर सकदा सीगा। आफ्टर ऑल चीफ मिनिस्टर आ, उहदे कोल अज दी डेट विच पुलिस है, विजिलेंस है, अमला है, वो मेरे खून का तो प्यासा सीगा ही सीगा, आपां सब नूं पता वा। मेरे ते 3 FIR इस मुकदमे तो पहला भगवंत मान पर्सनल इंस्ट्रक्शंस स्वपन शर्मा जिहड़ा इस SIT का मुखी बनया ना, हुण इसे SIT बनाई गई एक, ओदा भी मुखी स्वपन शर्मा उन्होंने डिप्यूट किया गया चुन के ते खैरे नूं ठोकना वा। ये बदलाव की राजनीति नहीं है मेरे वीरो, ये प्योर बदले की राजनीति है। और ये ऑफिसर्स जिहड़े उन्हां दे हथ टोके बन रहे ने, जिहड़े आई एम वेरी सैडेंड दैट द पुलिस इज बिहेविंग लाइक पेड मर्सनरीज ऑफ द गवर्नमेंट। पेड मर्सनरीज जिदा आपां भाड़े दे नहीं लैके आई दे बदमाश, ये पुलिस का काम नहीं। दे आर सपोज टू गो बाय द रूल ऑफ कॉन्स्टिट्यूशन, दे आर सपोज टू गो बाय द रूल ऑफ लॉ। ਆਪਾਂ ਪਾਕਿਸਤਾਨ ਨੂੰ ਤਾਂ ਰੋਜ਼ ਭੰਡਦੇ ਆ, ਪਾਕਿਸਤਾਨੋਂ ਘੱਟ ਸਟੇਟ ਹੈਗੀ ਆ, ਇਹ ਤਾਂ ਪੁਲਿਸ ਸਟੇਟ ਬਣ ਚੁੱਕੀ ਆ। ਮੈਨੂੰ ਮੇਰੇ ਘਰੋਂ ਸਵੇਰੇ ਤੜਕੇ 5:30-6 ਵਜੇ ਇਹਨਾਂ ਨੇ ਜਾ ਕੇ ਮੇਰੇ ਕਮਰਿਆਂ ਤੱਕ, ਮੇਰੇ ਬੈਡਰੂਮ ਤੱਕ ਅੰਦਰ ਪੁਲਿਸ ਵੜੀ, ਜਿੱਥੇ ਮੇਰੀ ਸਾਡੇ ਪਰਿਵਾਰ ਦੀਆਂ ਔਰਤਾਂ, ਮੇਰੀ ਵਾਈਫ ਬੈਠੀ ਸੀ। ਔਰ ਫਿਰ ਉੱਥੇ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਕੋਈ ਵਾਰੰਟ ਹੈ ਤੁਹਾਡੇ ਕੋਲ? ਦੇ ਹੈਡ ਨੋ ਵਾਰੰਟ। ਫਿਰ ਮੈਂ ਇਹਨਾਂ ਨੂੰ ਕਿਹਾ ਮੈਨੂੰ ਈਡੀ ਨੇ ਵੀ ਅਰੈਸਟ ਕੀਤਾ, ਈਡੀ ਨੇ ਵੀ ਇੰਡੀਪੈਂਡੈਂਟ ਵਿਟਨੈਸਸ ਬੁਲਾਉਣ ਦਿੱਤੇ ਸੀ, ਮੈਨੂੰ ਕੋਈ ਇੰਡੀਪੈਂਡੈਂਟ ਵਿਟਨੈਸ ਨਹੀਂ ਅਲਾਉਡ। और उतों हुण कहते ने जी कोई SIT ने रिपोर्ट बनाई है, 2015 का NDPS केस है, एक FIR नंबर 35, उसी केस रिपीटेडली मैनू इंप्लीकेट किया जा रहा। पहला 2015 च अकाली दल के खिलाफ सीगा ते उदों उन्होंने मैनू इंप्लीकेट करने की कोशिश की, एक झूठा जिहा कॉल रिकॉर्ड बना लिया। मेरे हल्के का एक आदमी सिर्फ गुरदेव सिंह चेयरमैन चंगा बंदा सीगा, भटक गया होऊगा। वो जो FIR हुई 2015 च, ਉਹ ਮੈਨੂੰ ਟੈਲੀਫੋਨ ਕਾਲ ਕਰਨ ਲੱਗ ਗਿਆ। ਮੈਂ ਉਹਨੂੰ ਕਿਹਾ ਵੀ ਸਗੋਂ, ਮੈਂ ਗੁਰਦੇਵ ਹੁਣ ਤੂੰ ਟੈਲੀਫੋਨ ਨਾ ਕਰ, ਤੂੰ ਆਪ ਵੀ ਫਸੇਗਾ ਤਾਂ ਮੈਨੂੰ ਵੀ ਫਸਾਏਗਾ। ਸਿਰਫ ਭਰਾਓ ਮੀਡੀਆ ਵਾਲਿਓ ਔਰ ਪੰਜਾਬੀਓ, ਸਿਰਫ ਕਾਲ ਰਿਕਾਰਡ ਮੈਂ 1.5 ਲੱਖ ਆਦਮੀ ਦਾ ਚੁਣਿਆ ਹੋਇਆ, ਮੈਂ ਸਭ ਦਾ ਫੋਨ ਚੱਕਦਾ ਵਾਂ ਔਰ ਚੱਕੂਗਾ ਵੀ। ਸਿਰਫ ਕਾਲ ਦੇ ਆਧਾਰ ਦੇ ਉੱਤੇ ਮੈਨੂੰ NDPS ਵਰਗੇ ਸੀਰੀਅਸ ਜੁਰਮ ਦੇ ਵਿੱਚ ਪਹਿਲਾਂ ਬਾਦਲਾਂ ਨੇ, ਕਿਉਂਕਿ ਆਈ ਵਾਸ ਫਾਈਟਿੰਗ them, ਫਿਰ ਕੈਪਟਨ ਅਮਰਿੰਦਰ ਸਿੰਘ ਰਾਜ ਵਿੱਚ ਜਿਹਦਾ ਰਾਣਾ ਗੁਰਜੀਤ ਜਿਹੜਾ ਇਹ ਮੁੱਛੜ ਜਿਹਾ ਹੈਗਾ, ਜਦੋਂ ਇਹਨੂੰ ਮੈਂ ਕਢਾਇਆ ਉਸ ਮਾਈਨਿੰਗ ਵਾਲੇ ਕੇਸ ਤੋਂ, ਜੋ ਰੇਤਾ ਬਜਰੀ ਜਿਹੜਾ ਇਹਨੇ ਖਾਨਸਾਮੇ ਤੋਂ 25 ਕਰੋੜ ਰੁਪਈਆ ਬੇਨਾਮੀ ਬੋਲੀ ਦਿੱਤੀ, ਫਿਰ ਕੈਪਟਨ ਅਮਰਿੰਦਰ ਦੇ ਰਾਹੀਂ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਬਕਾਇਦਾ ਪਬਲਿਕ ਪ੍ਰੋਸੀਕਿਊਟਰ ਨੂੰ ਵਰਤ ਕੇ, ਸਰਕਾਰੀ ਅਮਲਾ ਵਰਤ ਕੇ ਕੋਰਟ ਤੋਂ ਮੈਨੂੰ ਤਲਬ ਕਰਾ ਲਿਆ। ਇਸੇ FIR 35 ਚ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ। ਆ ਜਿਹੜਾ ਭਗਵੰਤ ਮਾਨ ਮੇਰੇ ਨਾਲ ਤਾਂ ਬੈਠਦਾ ਹੁੰਦਾ ਸੀਗਾ, मेरी सपोर्ट करता सी इस FIR में, अमन अरोड़ा मेरे नाल बैठता सी, बलजिंदर कौर, कुलतार संधवा मेरे नाल। इस FIR नूं कहंदे सी झूठी आ। और फिर मैनू सुप्रीम कोर्ट ने उस जिहड़ा अदालत ने समन किया सी 2017 च, इसी FIR 35 च मेरे समनिंग स्टे कर दी। समनिंग स्टे रही क्योंकि लॉ पॉइंट सीगा कि की दूजिਆਂ ਨੂੰ सजा करन तो बाद ਜਿਹੜੇ ਬੰਦੇ ਦਾ FIR ਚ ਨਾਂ ਨਹੀਂਗਾ, ਚਲਾਨ ਚ ਨਾਮ ਨਹੀਂਗਾ, ਜਿਹਦੇ ਚ ਰਿਕਵਰੀ ਕੋਈ ਨਹੀਂ, ਜਿਹਦਾ ਦੋਸ਼ ਕੋਈ ਨਹੀਂਗਾ, ਉਹਨੂੰ ਅਦਾਲਤ ਸਮਨ ਕਰ ਸਕਦੀ ਹੈ। ਫਿਰ ਸੁਪਰੀਮ ਕੋਰਟ ਨੇ 5 ਜੱਜਸ ਦਾ ਬੈਂਚ ਕਨਸਟੀਟਿਊਟ ਕੀਤਾ, ਇੱਕ ਕਨਸਟੀਟਿਊਸ਼ਨਲ ਬੈਂਚ। ਉਸ ਬੈਂਚ ਨੇ ਇਸੇ FIR 35 ਦੇ ਜਿਹੜੀ ਸਮਨਿੰਗ ਸੀ ਫਾਜ਼ਿਲਕਾ ਅਦਾਲਤ ਵੱਲੋਂ, ਉਹਨੂੰ ਕੋਸ਼ ਕਰ ਦਿੱਤਾ। ਔਰ ਇਸੇ FIR ਦੇ ਆਧਾਰ ਤੇ BJP ਨੇ ਆਪਣਾ ਗੁੱਸਾ ਕੱਢਿਆ, ਕਿਉਂਕਿ ਮੈਂ ਯੂਆਪਾ ਦੇ ਕੇਸ ਲੜਦਾ ਸੀ, ਕਿਸਾਨਾਂ ਦੇ ਅੰਦੋਲਨ ਵਿੱਚ ਹਿੱਸਾ ਲੈਂਦਾ ਸੀ। ਇਸੇ FIR ਨੂੰ ਆਧਾਰ ਬਣਾ ਕੇ ਮੇਰੇ ਤੇ ਉਹਨਾਂ ਨੇ PMLA ਦਾ ਕੇਸ ਬਣਾਤਾ। ਹੁਣ ਮੈਂ ਤਾਂ ਹਾਈ ਕੋਰਟ ਗਿਆ ਸੀਗਾ ਕਿ ਜਦ ਮੇਰੀ ਆ ਸਮਨਿੰਗ, ਕੋਰਟ ਦੀ ਸਮਨਿੰਗ ਹੀ ਖਤਮ ਹੋ ਗਈ ਆ FIR 35 ਚ, ਤੇ ਮੈਂ ਤਾਂ ਹਾਈ ਕੋਰਟ ਗਿਆ ਹਾਂ ਕਿ ਕੁਐਸ਼ ਕਰ ਦਿਓ ਸਾਰਾ ਮਾਮਲਾ। ਕੁਐਸ਼ਿੰਗ ਦੀ ਮੇਰੀ 6 ਅਕਤੂਬਰ ਡੇਟ ਲੱਗੀ ਹੋਈ ਆ ਫॉर ਸਟੇਇੰਗ ਦ ਪ੍ਰੋਸੀਡਿੰਗਸ ਆਫ PMLA ਕੋਰਟ। ਇਧਰੋਂ ਉਸੇ FIR ਵਿੱਚ ਭਗਵੰਤ ਮਾਨ ਜਦੋਂ ਮੇਰੇ ਨਾਲ ਬਹਿ ਕੇ ਸਪੋਰਟ ਕਰਦਾ ਸੀ ਕੁਲਤਾਰ ਸੰਧਵਾ ਤੇ ਅਮਨ ਅਰੋੜਾ, ਉਸੇ FIR ਵਿੱਚ ਹੁਣ ਇਹਨਾਂ ਨੂੰ ਮੈਂ ਦੋਸ਼ੀ ਲੱਗਣ ਲੱਗ ਗਿਆ, ਕਿਉਂਕਿ ਇਹਨਾਂ ਦੇ ਕੋਲ ਹੋਰ ਕੁਝ ਹੈ ਨਹੀਂ ਸੀਗਾ। ਪਹਿਲਾਂ ਜਿਹੜੇ ਪਰਚੇ ਦਰਜ ਕੀਤੇ ਉਹਦੇ 'ਚ ਮੇਰੀ ਐਂਟੀਸਿਪੇਟਰੀ ਬੇਲ ਹੋ ਗਈ, ਤੇ ਹੁਣ ਇਹਨਾਂ ਨੇ ਮੈਨੂੰ ਅਰੈਸਟ ਕੀਤਾ ਉਸੇ FIR। ਔਰ ਸੁਣੋ, ਬਿਲਕੁਲ ਇਹੀ ਚਾਰजेस, ਕਾਲ ਰਿਕਾਰਡ ਸੀ ਜੀ, ਡਰੱਗ ਮਨੀ ਸੀ ਜੀ, ਸਾਰਾ ਝੂਠੋ ਝੂਠ ਬਣਾ ਕੇ ਇਹੀ ਤਾਂ ਚਲਾਨ ਮੇਰਾ PT ਦਾ ਵਾ। ਇਹੀ 78 ਦਿਨ 80 ਦਿਨ ਮੈਂ ਜੇਲ੍ਹ ਕੱਟੀ ਆ। ਔਰ ਹਾਈ ਕੋਰਟ ਦੇ ਜੱਜ ਸਾਹਿਬ ਨੇ ਮੈਨੂੰ ਰੈਗੂਲਰ ਬੇਲ ਗ੍ਰਾਂਟ ਕੀਤੀ ਹੈ ਇਸੇ ਇਲਜ਼ਾਮ 'ਚ
Can you punish a person again and again for the same crime? One time, two times, three times? ਆ ਸਾਡੇ ਦੇਸ਼ ਦਾ ਇਸ ਵਕਤ ਪੰਜਾਬ ਦੇ ਵਿੱਚ ਗੁੰਡਿਆਂ ਦਾ ਰਾਜ, ਬਦਮਾਸ਼ਾਂ ਦਾ, ਔਰ ਇਹ ਅੱਜ ਚੱਲ ਰਿਹਾ। SIT ਦੇ ਮੈਨੂੰ ਅਫਸੋਸ, ਲਾਸਟ ਮਿੰਟ, ਇੱਕ ਮਿੰਟ, SIT ਦੇ ਮੈਨੂੰ ਅਫਸੋਸ ਆ। ਵਾਟ ਇਜ਼ SIT? ਸਪੈਸ਼ਲ ਇਨਵੈਸਟੀਗੇਟਿੰਗ ਟੀਮ। ਆ ਸਵਪਨ ਸ਼ਰਮਾ ਉਹਦਾ ਹੈਗਾ, ਇਹਦਾ ਫਰਜ਼ ਨਹੀਂ ਸੀ ਬਣਦਾ? ਮੈਂ ਇਲੈਕਟਿਡ MLA ਆ, ਥਰਾਈਸ ਫਾਰਮਰ ਲੀਡਰ ਆਫ ਆਪੋਜੀਸ਼ਨ, ਇਹ ਮੈਨੂੰ ਨੋਟਿਸ ਭੇਜਦਾ, ਮੈਂ ਜਾਂਦਾ, ਮੇਰੀ ਗੱਲ ਤਾਂ ਸੁਣ ਲੈਂਦਾ, ਮੇਰੇ ਸੁਪਰੀਮ ਕੋਰਟ ਦੇ ਆਰਡਰਸ ਤਾਂ ਦੇਖ ਲੈਂਦਾ, ਮੇਰੀ ਹਾਈ ਕੋਰਟ ਦੀ ਬੇਲ ਤਾਂ ਦੇਖ ਲੈਂਦਾ। ਬਸ ਕਿਸੇ ਤਰੀਕੇ ਨਾਲ ਖੂਨ ਦੇ ਪਿਆਸੇ ਹੋਏ ਸੀਗੇ। ਲਾਈਕ ਆਈ ਸੈਡ, ਆਈ ਐਮ ਸੈਡਨਡ। Officers like Swapan Sharma, who have become paid mercenaries of the government. ਇਹ ਮੈਨੂੰ ਦੁੱਖ ਇਸ ਗੱਲ ਦਾ ਵਾ। ਇਹਨਾਂ ਦਾ ਕੰਮ ਨਹੀਂਗਾ, ਇਹਨਾਂ ਦਾ ਕੰਮ ਹੈਗਾ ਸੰਵਿਧਾਨ ਤੋਂ ਤਨਖਾਹ ਲੈਂਦੇ ਨੇ ਇਹ ਕਿਸੇ ਭਗਵੰਤ ਮਾਨ ਦੇ ਜੁੱਤੀ ਚੱਟ ਨਹੀਂ ਬਣਨਾ ਚਾਹੀਦਾ ਇਹਨਾਂ ਨੂੰ, ਉਹਦੇ ਤੋਂ ਤਨਖਾਹ ਨਹੀਂ ਲੈਣੀ ਚਾਹੀਦੀ। ਔਰ ਭਗਵੰਤ ਸੁਣ ਲਾ ਤੂੰ ਚੰਗੀ ਤਰ੍ਹਾਂ ਨਾਲ, ਰਾਜ ਹਮੇਸ਼ਾ ਨਹੀਂ ਰਹਿੰਦਾ ਇਕਸਾਰ, ਤੇ ਰਾਜ ਪਰਿਵਰਤਨ ਹੋਵੇਗਾ। ਕਿ ਅਸੀਂ ਤਾਂ ਭੁਗਤ ਲਈਆਂ ਵਾ। ਮੈਂ ਜੇਲ੍ਹ ਵੀ ਕਈ ਵਾਰੀ ਜਾਇਆ, ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਬੜੀ ਵਾਰੀ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਜੇਲ੍ਹ ਗਏ ਨੇ। ਤੂੰ ਸਾਡੇ ਨੌਜਵਾਨਾਂ ਨੂੰ ਨੈਸ਼ਨਲ ਸਿਕਿਉਰਿਟੀ ਪੇਸ਼ੈਂਸ ਰੱਖੋ। ਹਾਂ, ਕੋਈ ਮੈਂ ਬਿਲਕੁਲ ਐਨ ਟਿਕ ਕੇ ਤੁਹਾਡੇ ਨਾਲ ਗੱਲ ਕਰੂੰਗਾ। ਦੇਖੋ ਗੱਲ ਇਹ ਆ ਕਿ ਭਗਵੰਤ ਮਾਨ ਨੇ ਆਪਣੀ ਪਿਆਸ ਬੁਝਾਈ ਆ ਖੈਰੇ ਨੂੰ ਅਰੈਸਟ ਕਰਕੇ। ਕਰ ਸਕਦਾ ਸੀਗਾ, ਆਫਟਰ ਆਲ ਉਹ ਚੀਫ ਮਿਨਿਸਟਰ ਆ, ਉਹਦੇ ਕੋਲ ਅੱਜ ਦੀ ਡੇਟ ਵਿੱਚ ਪੁਲਿਸ ਹੈ, ਵਿਜੀਲੈਂਸ ਹੈ, ਅਮਲਾ ਹੈ। ਉਹ ਮੇਰੇ ਖੂਨ ਦਾ ਤਾਂ ਪਿਆਸਾ ਸੀਗਾ ਹੀ ਸੀਗਾ, ਆਪਾਂ ਸਭ ਨੂੰ ਪਤਾ ਵਾ। ਮੇਰੇ ਤੇ 3 FIRs ਇਸ ਮੁਕਦਮੇ ਤੋਂ ਪਹਿਲਾਂ ਭਗਵੰਤ ਮਾਨ ਪਰਸਨਲ ਇੰਸਟਰਕਸ਼ਨਸ। ਸਵਪਨ ਸ਼ਰਮਾ ਜਿਹੜਾ ਇਸ SIT ਦਾ ਮੁਖੀ ਬਣਿਆ ਨਾ, ਹੁਣ ਇਸੇ SIT ਬਣਾਈ ਗਈ ਇੱਕ, ਉਹਦਾ ਵੀ ਮੁਖੀ ਸਵਪਨ ਸ਼ਰਮਾ ਵਾ। ਉਹਨੂੰ ਡਿਪਿਊਟ ਕੀਤਾ ਗਿਆ ਚੁਣ ਕੇ ਕਿ ਖੈਰੇ ਨੂੰ ਠੋਕਣਾ ਵਾ। ਇਹ ਬਦਲਾਵ ਦੀ ਰਾਜਨੀਤੀ ਨਹੀਂ ਹੈ ਮੇਰੇ ਵੀਰੋ, ਇਹ ਪਿਓਰ ਬਦਲੇ ਦੀ ਰਾਜਨੀਤੀ ਆ। ਔਰ ਇਹ ਅਫਸਰਸ ਜਿਹੜੇ ਉਹਨਾਂ ਦੇ ਹੱਥ ਟੋਕੇ ਬਣ ਰਹੇ ਨੇ, ਜਿਹੜੇ ਆਈ ਐਮ ਵੈਰੀ ਸੈਡਨਡ that the police is behaving like paid mercenaries of the government. Paid mercenaries, ਜਿੱਦਾਂ ਆਪਾਂ ਭਾੜੇ ਦੇ ਨਹੀਂ ਲੈ ਕੇ ਆਈ ਦੇ ਬਦਮਾਸ਼। ਇਹ ਪੁਲਿਸ ਦਾ ਕੰਮ ਨਹੀਂ। They are supposed to go by the rule of constitution. They are supposed to go by the rule of law. ਆਪਾਂ ਪਾਕਿਸਤਾਨ ਨੂੰ ਤਾਂ ਰੋਜ਼ ਭੰਡਦੇ ਆ, ਪਾਕਿਸਤਾਨ ਨੂੰ ਘੱਟ ਸਟੇਟ ਹੈਗੀ ਆ, ਇਹ ਤਾਂ ਪੁਲਿਸ ਸਟੇਟ ਬਣ ਚੁੱਕੀ ਆ। ਮੈਨੂੰ ਮੇਰੇ ਘਰੋਂ ਸਵੇਰੇ ਤੜਕੇ 5:30-6 ਵਜੇ ਇਹਨਾਂ ਨੇ ਜਾ ਕੇ ਮੇਰੇ ਕਮਰਿਆਂ ਤੱਕ, ਮੇਰੇ ਬੈਡਰੂਮ ਤੱਕ ਅੰਦਰ ਪੁਲਿਸ ਵੜੀ, ਜਿੱਥੇ ਮੇਰੀ ਸਾਡੇ ਪਰਿਵਾਰ ਦੀਆਂ ਔਰਤਾਂ, ਮੇਰੀ ਵਾਈਫ ਬੈਠੀ ਸੀ। ਔਰ ਫਿਰ ਉੱਥੇ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਕੋਈ ਵਾਰੰਟ ਹੈ ਤੁਹਾਡੇ ਕੋਲ? ਦੇ ਹੈਡ ਨੋ ਵਾਰੰਟ। ਫਿਰ ਮੈਂ ਇਹਨਾਂ ਨੂੰ ਕਿਹਾ, ਮੈਨੂੰ ED ਨੇ ਵੀ ਅਰੈਸਟ ਕੀਤਾ, ED ਨੇ ਵੀ ਇੰਡੀਪੈਂਡੈਂਟ ਵਿਟਨੈਸਸ ਬੁਲਾਉਣ ਦਿੱਤੇ ਸੀ, ਮੈਨੂੰ ਕੋਈ ਇੰਡੀਪੈਂਡੈਂਟ ਵਿਟਨੈਸ ਨਹੀਂ ਅਲਾਉਡ। ਔਰ ਉੱਥੋਂ ਹੁਣ ਕਹਿੰਦੇ ਨੇ ਜੀ ਕੋਈ SIT ਨੇ ਰਿਪੋਰਟ ਬਣਾਈ ਆ, 2015 ਦਾ NDPS ਕੇਸ ਹੈ, ਇੱਕ FIR ਨੰਬਰ 35, ਉਸੇ ਕੇਸ ਰਿਪੀਟਡਲੀ ਮੈਨੂੰ ਇੰਪਲੀਕੇਟ ਕੀਤਾ ਜਾ ਰਿਹਾ। ਪਹਿਲਾਂ 2015 ਚ ਅਕਾਲੀ ਦਲ ਦੇ ਖਿਲਾਫ ਸੀਗਾ, ਤੇ ਉਦੋਂ ਉਹਨਾਂ ਨੇ ਮੈਨੂੰ ਇੰਪਲੀਕੇਟ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਝੂਠਾ ਜਿਹਾ ਕਾਲ ਰਿਕਾਰਡ ਬਣਾ ਲਿਆ। ਮੇਰੇ ਹਲਕੇ ਦਾ ਇੱਕ ਆਦਮੀ ਸਿਰਫ ਗੁਰਦੇਵ ਸਿੰਘ ਚੇਅਰਮੈਨ, ਚੰਗਾ ਬੰਦਾ ਸੀਗਾ, ਭਟਕ ਗਿਆ ਹੋਊਗਾ। ਉਹ ਜਦੋਂ FIR ਹੋਈ 2015 ਚ, ਉਹ ਮੈਨੂੰ ਟੈਲੀਫੋਨ ਕਾਲ ਕਰਨ ਲੱਗ ਗਿਆ। ਮੈਂ ਉਹਨੂੰ ਕਿਹਾ ਵੀ ਸਗੋਂ, ਮੈਂ ਗੁਰਦੇਵ ਹੁਣ ਤੂੰ ਟੈਲੀਫੋਨ ਨਾ ਕਰ, ਤੂੰ ਆਪ ਵੀ ਫਸੇਗਾ ਤਾਂ ਮੈਨੂੰ ਵੀ ਫਸਾਏਗਾ। ਸਿਰਫ ਭਰਾਓ ਮੀਡੀਆ ਵਾਲੇ ਔਰ ਪੰਜਾਬੀਓ, ਸਿਰਫ ਕਾਲ ਰਿਕਾਰਡ, ਮੈਂ 1.5 ਲੱਖ ਆਦਮੀ ਦਾ ਚੁਣਿਆ ਹੋਇਆ, ਮੈਂ ਸਭ ਦਾ ਫੋਨ ਚੱਕਦਾ ਵਾਂ ਔਰ ਚੱਕੂਗਾ ਵੀ। ਸਿਰਫ ਕਾਲ ਦੇ ਆਧਾਰ ਦੇ ਉੱਤੇ ਮੈਨੂੰ NDPS ਵਰਗੇ ਇੱਕ ਸੀਰੀਅਸ ਜੁਰਮ ਦੇ ਵਿੱਚ ਪਹਿਲਾਂ ਬਾਦਲਾਂ ਨੇ, ਕਿਉਂਕਿ ਆਈ ਵਾਸ ਫਾਈਟਿੰਗ them, ਫਿਰ ਕੈਪਟਨ ਅਮਰਿੰਦਰ ਸਿੰਘ ਰਾਜ ਵਿੱਚ ਜਿਹਦਾ ਰਾਣਾ ਗੁਰਜੀਤ ਜਿਹੜਾ ਇਹ ਮੁੱਛੜ ਜਿਹਾ ਹੈਗਾ, ਜਦੋਂ ਇਹਨੂੰ ਮੈਂ ਕਢਾਇਆ ਉਸ ਮਾਈਨਿੰਗ ਵਾਲੇ ਕੇਸ ਤੋਂ, ਜੋ ਰੇਤਾ ਬਜਰੀ ਜਿਹੜਾ ਇਹਨੇ ਖਾਨ ਸਾਹਮਣੇ ਤੋਂ 25 ਕਰੋੜ ਰੁਪਈਆ ਬੇਨਾਮੀ ਬੋਲੀ ਦਿੱਤੀ। ਫਿਰ ਕੈਪਟਨ ਅਮਰਿੰਦਰ ਦੇ ਰਾਹੀਂ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਬਕਾਇਦਾ ਪਬਲਿਕ ਪ੍ਰੋਸੀਕਿਊਟਰ ਨੂੰ ਵਰਤ ਕੇ, ਸਰਕਾਰੀ ਅਮਲਾ ਵਰਤ ਕੇ ਕੋਰਟ ਚੋਂ ਮੈਨੂੰ ਤਲਬ ਕਰਾ ਲਿਆ। ਇਸੇ FIR 35 ਚ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ। ਆ ਜਿਹੜਾ ਭਗਵੰਤ ਮਾਨ ਮੇਰੇ ਨਾਲ ਤਾਂ ਬੈਠਦਾ ਹੁੰਦਾ ਸੀਗਾ, ਮੇਰੀ ਸਪੋਰਟ ਕਰਦਾ ਸੀ ਇਸ FIR ਵਿੱਚ। ਅਮਨ ਅਰੋੜਾ ਮੇਰੇ ਨਾਲ ਬੈਠਦਾ ਸੀ, ਬਲਜਿੰਦਰ ਕੌਰ, ਕੁਲਤਾਰ ਸੰਧਵਾ ਮੇਰੇ ਨਾਲ। ਇਸ FIR ਨੂੰ ਕਹਿੰਦੇ ਸੀ ਝੂਠੀ ਆ। ਔਰ ਫਿਰ ਮੈਨੂੰ ਸੁਪਰੀਮ ਕੋਰਟ ਨੇ ਉਸ ਜਿਹੜਾ ਅਦਾਲਤ ਨੇ ਸਮਨ ਕੀਤਾ ਸੀ 2017 ਚ, ਇਸੇ FIR 35 ਚ ਮੇਰੇ ਸਮਨਿੰਗ ਸਟੇ ਕਰ ਦਿੱਤੀ। ਸਮਨਿੰਗ ਸਟੇ ਰਹੀ ਕਿਉਂਕਿ ਲਾਅ ਪੁਆਇੰਟ ਸੀਗਾ ਕਿ ਕੀ ਦੂਜਿਆਂ ਨੂੰ ਸਜ਼ਾ ਕਰਨ ਤੋਂ ਬਾਅਦ ਜਿਹੜੇ ਬੰਦੇ ਦਾ FIR ਚ ਨਾਂ ਨਹੀਂਗਾ, ਚਲਾਨ ਚ ਨਾਮ ਨਹੀਂਗਾ, ਜਿਹਦੇ ਚ ਰਿਕਵਰੀ ਕੋਈ ਨਹੀਂ, ਜਿਹਦਾ ਦੋਸ਼ ਕੋਈ ਨਹੀਂਗਾ, ਉਹਨੂੰ ਅਦਾਲਤ ਸਮਨ ਕਰ ਸਕਦੀ ਆ। ਫਿਰ ਸੁਪਰੀਮ ਕੋਰਟ ਨੇ 5 ਜੱਜਸ ਦਾ ਬੈਂਚ ਕਨਸਟੀਟਿਊਟ ਕੀਤਾ, ਇੱਕ ਕਨਸਟੀਟਿਊਸ਼ਨਲ ਬੈਂਚ
ਉਸ ਬੈਂਚ ਨੇ ਇਸੇ FIR 35 ਦੇ ਜਿਹੜੀ ਸਮਨਿੰਗ ਸੀ ਫਾਜ਼ਿਲਕਾ ਅਦਾਲਤ ਵੱਲੋਂ ਉਹਨੂੰ ਕੋਸ਼ ਕਰ ਦਿੱਤਾ ਔਰ ਇਸੇ FIR ਦੇ ਆਧਾਰ ਤੇ ਬੀਜੇਪੀ ਨੇ ਆਪਣਾ ਗੁੱਸਾ ਕੱਢਿਆ ਕਿਉਂਕਿ ਮੈਂ ਯੂਆਪਾ ਦੇ ਕੇਸ ਲੜਦਾ ਸੀ, ਕਿਸਾਨਾਂ ਦੇ ਅੰਦੋਲਨ ਵਿੱਚ ਹਿੱਸਾ ਲੈਂਦਾ ਸੀ। ਇਸੇ FIR ਨੂੰ ਆਧਾਰ ਬਣਾ ਕੇ ਮੇਰੇ ਤੇ ਉਹਨਾਂ ਨੇ PMLA ਦਾ ਕੇਸ ਬਣਾਤਾ। ਹੁਣ ਮੈਂ ਤਾਂ ਹਾਈ ਕੋਰਟ ਗਿਆ ਸੀਗਾ ਕਿ ਜਦ ਮੇਰੀ ਆ ਸਮਨਿੰਗ ਕੋਰਟ ਦੀ ਸਮਨਿੰਗ ਹੀ ਖਤਮ ਹੋ ਗਈ ਆ FIR 35 ਚ, ਤੇ ਮੈਂ ਤਾਂ ਹਾਈ ਕੋਰਟ ਗਿਆ ਹਾਂ ਕਿ ਕੁਐਸ਼ ਕਰ ਦਿਓ ਸਾਰਾ ਮਾਮਲਾ। ਕੁਐਸ਼ਿੰਗ ਦੀ ਮੇਰੀ 6 ਅਕਤੂਬਰ ਡੇਟ ਲੱਗੀ ਹੋਈ ਆ ਫॉर ਸਟੇਇੰਗ ਦ ਪ੍ਰੋਸੀਡਿੰਗਸ ਆਫ PMLA ਕੋਰਟ। ਇਧਰੋਂ ਉਸੇ FIR ਵਿੱਚ ਭਗਵੰਤ ਮਾਨ ਜਦੋਂ ਮੇਰੇ ਨਾਲ ਬਹਿ ਕੇ ਸਪੋਰਟ ਕਰਦਾ ਸੀ ਕੁਲਤਾਰ ਸੰਧਵਾ ਤੇ ਅਮਨ ਅਰੋੜਾ, ਉਸੇ FIR ਵਿੱਚ ਹੁਣ ਇਹਨਾਂ ਨੂੰ ਮੈਂ ਦੋਸ਼ੀ ਲੱਗਣ ਲੱਗ ਗਿਆ ਕਿਉਂਕਿ ਇਹਨਾਂ ਦੇ ਕੋਲ ਹੋਰ ਕੁਝ ਹੈ ਨਹੀਂ ਸੀਗਾ। ਪਹਿਲਾਂ ਜਿਹੜੇ ਪਰਚੇ ਦਰਜ ਕੀਤੇ ਉਹਦੇ 'ਚ ਮੇਰੀ ਐਂਟੀਸਿਪੇਟਰੀ ਬੇਲ ਹੋ ਗਈ ਤੇ ਹੁਣ ਇਹਨਾਂ ਨੇ ਮੈਨੂੰ ਅਰੈਸਟ ਕੀਤਾ ਉਸੇ FIR। ਔਰ ਸੁਣੋ, ਬਿਲਕੁਲ ਇਹੀ ਚਾਰजेस ਕਿ ਕਾਲ ਰਿਕਾਰਡ ਸੀ ਜੀ, ਡਰੱਗ ਮਨੀ ਸੀ ਜੀ, ਸਾਰਾ ਝੂਠੋ ਝੂਠ ਬਣਾ ਕੇ ਇਹੀ ਤਾਂ ਚਲਾਨ ਮੇਰਾ PT ਦਾ ਵਾ। ਇਹੀ 78 ਦਿਨ 80 ਦਿਨ ਮੈਂ ਜੇਲ੍ਹ ਕੱਟੀ ਆ ਔਰ ਹਾਈ ਕੋਰਟ ਦੇ ਜੱਜ ਸਾਹਿਬ ਨੇ ਮੈਨੂੰ ਰੈਗੂਲਰ ਬੇਲ ਗ੍ਰਾਂਟ ਕੀਤੀ ਹੈ ਇਸੇ ਹੀ ਇਲਜ਼ਾਮ 'ਚ। ਕੈਨ ਯੂ ਪਨਿਸ਼ ਅ ਪਰਸਨ ਅਗੇਨ ਐਂਡ ਅਗੇਨ ਫॉर द ਸੇਮ ਕ੍ਰਾਈਮ, 1 ਟਾਈਮ 2 ਟਾਈਮ 3 ਟਾਈਮਸ? ਆ ਸਾਡੇ ਦੇਸ਼ ਦਾ ਇਸ ਵਕਤ ਪੰਜਾਬ ਦੇ ਵਿੱਚ ਗੁੰਡਿਆਂ ਦਾ ਰਾਜ, ਬਦਮਾਸ਼ਾਂ ਦਾ। ਔਰ ਇਹ ਅੱਜ ਚੱਲ ਰਿਹਾ SIT ਦੇ ਮੈਨੂੰ ਅਫਸੋਸ, ਲਾਸਟ ਮਿੰਟ 1 ਮਿੰਟ, SIT ਦੇ ਮੈਨੂੰ ਅਫਸੋਸ ਆ। ਵਾਟ ਇਜ਼ SIT? ਸਪੈਸ਼ਲ ਇਨਵੈਸਟੀਗੇਟਿੰਗ ਟੀਮ। ਆ ਸਵਪਨ ਸ਼ਰਮਾ ਉਹਦਾ ਹੈਗਾ, ਇਹਦਾ ਫਰਜ਼ ਨਹੀਂ ਸੀ ਬਣਦਾ? ਮੈਂ ਇਲੈਕਟਿਡ MLA ਆ, ਥਰਾਈਸ ਫਾਰਮਰ ਲੀਡਰ ਆਫ ਆਪੋਜੀਸ਼ਨ, ਇਹ ਮੈਨੂੰ ਨੋਟਿਸ ਭੇਜਦਾ, ਮੈਂ ਜਾਂਦਾ, ਮੇਰੀ ਗੱਲ ਤਾਂ ਸੁਣ ਲੈਂਦਾ, ਮੇਰੇ ਸੁਪਰੀਮ ਕੋਰਟ ਦੇ ਆਰਡਰਸ ਤਾਂ ਦੇਖ ਲੈਂਦਾ, ਮੇਰੀ ਹਾਈ ਕੋਰਟ ਦੀ ਬੇਲ ਤਾਂ ਦੇਖ ਲੈਂਦਾ। ਬਸ ਕਿਸੇ ਤਰੀਕੇ ਨਾਲ ਖੂਨ ਦੇ ਪਿਆਸੇ ਹੋਏ ਸੀਗੇ। ਲਾਈਕ ਆਈ ਸੈਡ, ਆਮ ਸੈਡਨਡ। Officers like Swapan Sharma, who have become paid mercenaries of the government, ਇਹ ਮੈਨੂੰ ਦੁੱਖ ਇਸ ਗੱਲ ਦਾ ਵਾ। ਇਹਨਾਂ ਦਾ ਕੰਮ ਨਹੀਂਗਾ, ਇਹਨਾਂ ਦਾ ਕੰਮ ਹੈਗਾ ਸੰਵਿਧਾਨ ਤੋਂ ਤਨਖਾਹ ਲੈਂਦੇ ਨੇ ਇਹ ਕਿਸੇ ਭਗਵੰਤ ਮਾਨ ਦੇ ਜੁੱਤੀ ਚੱਟ ਨਹੀਂ ਬਣਨਾ ਚਾਹੀਦਾ ਇਹਨਾਂ ਨੂੰ, ਉਹਦੇ ਤੋਂ ਤਨਖਾਹ ਨਹੀਂ ਲੈਣੀ ਚਾਹੀਦੀ। ਔਰ ਭਗਵੰਤ ਸੁਣ ਲਾ ਤੂੰ ਚੰਗੀ ਤਰ੍ਹਾਂ ਨਾਲ, ਰਾਜ ਹਮੇਸ਼ਾ ਨਹੀਂ ਰਹਿੰਦਾ ਇਕਸਾਰ, ਤੇ ਰਾਜ ਪਰਿਵਰਤਨ ਹੋਵੇਗਾ ਤੇ ਅਸੀਂ ਤਾਂ ਭੁਗਤ ਲਈਆਂ ਵਾ। ਮੈਂ ਜੇਲ੍ਹ ਵੀ ਕਈ ਵਾਰੀ ਜਾਇਆ, ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਬੜੀ ਵਾਰੀ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਜੇਲ੍ਹ ਗਏ ਨੇ। ਤੂੰ ਸਾਡੇ ਨੌਜਵਾਨਾਂ ਨੂੰ ਨੈਸ਼ਨਲ ਸਿਕਿਉਰਿਟੀ ਦਾ ਪੇਸ਼ੈਂਸ ਰੱਖੋ। ਕੋਈ ਮੈਂ ਬਿਲਕੁਲ ਐਨ ਟਿਕ ਕੇ ਤੁਹਾਡੇ ਨਾਲ ਗੱਲ ਕਰੂੰਗਾ। ਦੇਖੋ ਗੱਲ ਇਹ ਆ ਕਿ ਇਹ ਭਗਵੰਤ ਮਾਨ ਨੇ ਆਪਣੀ ਪਿਆਸ ਬੁਝਾਈ ਆ ਖੈਰੇ ਨੂੰ ਅਰੈਸਟ ਕਰਕੇ। ਕਰ ਸਕਦਾ ਸੀਗਾ, ਆਫਟਰ ਆਲ ਉਹ ਚੀਫ ਮਿਨਿਸਟਰ ਆ, ਉਹਦੇ ਕੋਲ ਅੱਜ ਦੀ ਡੇਟ ਵਿੱਚ ਪੁਲਿਸ ਹੈ, ਵਿਜੀਲੈਂਸ ਹੈ, ਅਮਲਾ ਹੈ। ਉਹ ਮੇਰੇ ਖੂਨ ਦਾ ਤਾਂ ਪਿਆਸਾ ਸੀਗਾ ਹੀ ਸੀਗਾ, ਆਪਾਂ ਸਭ ਨੂੰ ਪਤਾ ਵਾ। ਮੇਰੇ ਤੇ 3 FIRs ਇਸ ਮੁਕਦਮੇ ਤੋਂ ਪਹਿਲਾਂ ਭਗਵੰਤ ਮਾਨ ਪਰਸਨਲ ਇਨਸਟਰਕਸ਼ਨਸ। ਸਵਪਨ ਸ਼ਰਮਾ ਜਿਹੜਾ ਇਸ SIT ਦਾ ਮੁਖੀ ਬਣਿਆ ਨਾ, ਹੁਣ ਇਸੇ SIT ਬਣਾਈ ਗਈ ਇੱਕ, ਉਹਦਾ ਵੀ ਮੁਖੀ ਸਵਪਨ ਸ਼ਰਮਾ, ਉਹਨੂੰ ਡਿਪਿਊਟ ਕੀਤਾ ਗਿਆ ਚੁਣ ਕੇ ਤੇ ਖੈਰੇ ਨੂੰ ਠੋਕਣਾ ਵਾ। ਇਹ ਬਦਲਾਵ ਦੀ ਰਾਜਨੀਤੀ ਨਹੀਂ ਹੈ ਮੇਰੇ ਵੀਰੋ, ਇਹ ਪਿਓਰ ਬਦਲੇ ਦੀ ਰਾਜਨੀਤੀ ਆ। ਔਰ ਇਹ ਅਫਸਰਸ ਜਿਹੜੇ ਉਹਨਾਂ ਦੇ ਹੱਥ ਟੋਕੇ ਬਣ ਰਹੇ ਨੇ, ਜਿਹੜੇ ਆਈ ਐਮ ਵੈਰੀ ਸੈਡਨਡ that the police is behaving like paid mercenaries of the police of the government, paid mercenaries। ਜਿੱਦਾਂ ਆਪਾਂ ਭਾੜੇ ਦੇ ਨਹੀਂ ਲੈ ਕੇ ਆਈ ਦੇ ਬਦਮਾਸ਼, ਇਹ ਪੁਲਿਸ ਦਾ ਕੰਮ ਨਹੀਂ। they are supposed to go by the rule of constitution, they are supposed to go by the rule of law। ਆਪਾਂ ਪਾਕਿਸਤਾਨ ਨੂੰ ਤਾਂ ਰੋਜ਼ ਭੰਡਦੇ ਆ, ਪਾਕਿਸਤਾਨੋਂ ਘੱਟ ਸਟੇਟ ਹੈਗੀ ਆ, ਇਹ ਤਾਂ ਪੁਲਿਸ ਸਟੇਟ ਬਣ ਚੁੱਕੀ ਆ। ਮੈਨੂੰ ਮੇਰੇ ਘਰੋਂ ਸਵੇਰੇ ਤੜਕੇ 5:30 6 ਵਜੇ ਇਹਨਾਂ ਨੇ ਜਾ ਕੇ ਮੇਰੇ ਕਮਰਿਆਂ ਤੱਕ, ਮੇਰੇ ਬੈਡਰੂਮ ਤੱਕ ਅੰਦਰ ਪੁਲਿਸ ਵੜੀ, ਜਿੱਥੇ ਮੇਰੀ ਸਾਡੇ ਪਰਿਵਾਰ ਦੀਆਂ ਔਰਤਾਂ, ਮੇਰੀ ਵਾਈਫ ਬੈਠੀ ਸੀ। ਔਰ ਫਿਰ ਉੱਥੇ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਕੋਈ ਵਾਰੰਟ ਹੈ ਤੁਹਾਡੇ ਕੋਲ? ਦੇ ਹੈਡ ਨੋ ਵਾਰੰਟ। ਫਿਰ ਮੈਂ ਇਹਨਾਂ ਨੂੰ ਕਿਹਾ, ਮੈਨੂੰ ED ਨੇ ਵੀ ਅਰੈਸਟ ਕੀਤਾ, ED ਨੇ ਵੀ ਇੰਡੀਪੈਂਡੈਂਟ ਵਿਟਨੈਸਸ ਬੁਲਾਉਣ ਦਿੱਤੇ ਸੀ, ਮੈਨੂੰ ਕੋਈ ਇੰਡੀਪੈਂਡੈਂਟ ਵਿਟਨੈਸ ਨਹੀਂ ਅਲਾਉਡ। ਔਰ ਉੱਥੋਂ ਹੁਣ ਕਹਿੰਦੇ ਨੇ ਜੀ ਕੋਈ SIT ਨੇ ਰਿਪੋਰਟ ਬਣਾਈ ਆ, 2015 ਦਾ NDPS ਕੇਸ ਹੈ, ਇੱਕ FIR ਨੰਬਰ 35, ਉਸੇ ਕੇਸ ਰਿਪੀਟਡਲੀ ਮੈਨੂੰ ਇੰਪਲੀਕੇਟ ਕੀਤਾ ਜਾ ਰਿਹਾ। ਪਹਿਲਾਂ 2015 ਚ ਅਕਾਲੀ ਦਲ ਦੇ ਖਿਲਾਫ ਸੀਗਾ ਤੇ ਉਦੋਂ ਉਹਨਾਂ ਨੇ ਮੈਨੂੰ ਇੰਪਲੀਕੇਟ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਝੂਠਾ ਜਿਹਾ ਕਾਲ ਰਿਕਾਰਡ ਬਣਾ ਲਿਆ। ਮੇਰੇ ਹਲਕੇ ਦਾ ਇੱਕ ਆਦਮੀ ਸਿਰਫ ਗੁਰਦੇਵ ਸਿੰਘ ਚੇਅਰਮੈਨ ਚੰਗਾ ਬੰਦਾ ਸੀਗਾ, ਭਟਕ ਗਿਆ ਹੋਊਗਾ। ਉਹ ਜਦੋਂ FIR ਹੋਈ 2015 ਚ, ਉਹ ਮੈਨੂੰ ਟੈਲੀਫੋਨ ਕਾਲ ਕਰਨ ਲੱਗ ਗਿਆ। ਮੈਂ ਉਹਨੂੰ ਕਿਹਾ ਵੀ ਸਗੋਂ, ਮੈਂ ਗੁਰਦੇਵ ਹੁਣ ਤੂੰ ਟੈਲੀਫੋਨ ਨਾ ਕਰ, ਤੂੰ ਆਪ ਵੀ ਫਸੇਗਾ ਤਾਂ ਮੈਨੂੰ ਵੀ ਫਸਾਏਗਾ। ਸਿਰਫ ਭਰਾਓ ਮੀਡੀਆ ਵਾਲੇ ਔਰ ਪੰਜਾਬੀਓ, ਸਿਰਫ ਕਾਲ ਰਿਕਾਰਡ, ਮੈਂ 1.5 ਲੱਖ ਆਦਮੀ ਦਾ ਚੁਣਿਆ ਹੋਇਆ, ਮੈਂ ਨਾ ਸਭ ਦਾ ਫੋਨ ਚੱਕਦਾ ਵਾਂ ਔਰ ਚੱਕੂਗਾ ਵੀ। ਸਿਰਫ ਕਾਲ ਦੇ ਆਧਾਰ ਦੇ ਉੱਤੇ ਮੈਨੂੰ NDPS ਵਰਗੇ ਸੀਰੀਅਸ ਜੁਰਮ ਦੇ ਵਿੱਚ ਪਹਿਲਾਂ ਬਾਦਲਾਂ ਨੇ, ਕਿਉਂਕਿ ਆਈ ਵਾਸ ਫਾਈਟਿੰਗ them,
ਫਿਰ ਕੈਪਟਨ ਅਮਰਿੰਦਰ ਸਿੰਘ ਰਾਜ ਵਿੱਚ ਉਹਦਾ ਰਾਣਾ ਗੁਰਜੀਤ ਜਿਹੜਾ ਇਹ ਮੁੱਛੜ ਜਿਹਾ ਹੈਗਾ, ਜਦੋਂ ਇਹਨੂੰ ਮੈਂ ਕਢਾਇਆ ਉਸ ਮਾਈਨਿੰਗ ਵਾਲੇ ਕੇਸ ਤੋਂ, ਜੋ ਰੇਤਾ ਬਜਰੀ ਜਿਹੜਾ ਇਹਨੇ ਖਾਨਸਾਮੇ ਤੋਂ 25 ਕਰੋੜ ਰੁਪਈਆ ਬੇਨਾਮੀ ਬੋਲੀ ਦਿੱਤੀ, ਫਿਰ ਕੈਪਟਨ ਅਮਰਿੰਦਰ ਦੇ ਰਾਹੀਂ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਬਕਾਇਦਾ ਪਬਲਿਕ ਪ੍ਰੋਸੀਕਿਊਟਰ ਨੂੰ ਵਰਤ ਕੇ, ਸਰਕਾਰੀ ਅਮਲਾ ਵਰਤ ਕੇ ਕੋਰਟ ਚੋਂ ਮੈਨੂੰ ਤਲਬ ਕਰਾ ਲਿਆ ਇਸੇ FIR 35 ਚ। ਮੈਂ ਲੀਡਰ ਆਫ ਆਪੋਜੀਸ਼ਨ ਸੀਗਾ, ਆ ਜਿਹੜਾ ਭਗਵੰਤ ਮਾਨ ਮੇਰੇ ਨਾਲ ਤਾਂ ਬੈਠਦਾ ਹੁੰਦਾ ਸੀਗਾ, ਮੇਰੀ ਸਪੋਰਟ ਕਰਦਾ ਸੀ ਇਸ FIR ਵਿੱਚ, ਅਮਨ ਅਰੋੜਾ ਮੇਰੇ ਨਾਲ ਬੈਠਦਾ ਸੀ, ਬਲਜਿੰਦਰ ਕੌਰ, ਕੁਲਤਾਰ ਸੰਧਵਾ ਮੇਰੇ ਨਾਲ ਇਸ FIR ਨੂੰ ਕਹਿੰਦੇ ਸੀ ਝੂਠੀ ਆ। ਔਰ ਫਿਰ ਮੈਨੂੰ ਸੁਪਰੀਮ ਕੋਰਟ ਨੇ ਉਸ ਜਿਹੜਾ ਅਦਾਲਤ ਨੇ ਸਮਨ ਕੀਤਾ ਸੀ 2017 ਚ, ਇਸੇ FIR 35 ਚ ਮੇਰੇ ਸਮਨਿੰਗ ਸਟੇ ਕਰ ਦਿੱਤੀ। ਸਮਨਿੰਗ ਸਟੇ ਰਹੀ ਕਿਉਂਕਿ ਲਾਅ ਪੁਆਇੰਟ ਸੀਗਾ ਕਿ ਕੀ ਦੂਜਿਆਂ ਨੂੰ ਸਜ਼ਾ ਕਰਨ ਤੋਂ ਬਾਅਦ ਜਿਹੜੇ ਬੰਦੇ ਦਾ FIR ਚ ਨਾਂ ਨਹੀਂਗਾ, ਚਲਾਨ ਚ ਨਾਮ ਨਹੀਂਗਾ, ਜਿਹਦੇ ਚ ਰਿਕਵਰੀ ਕੋਈ ਨਹੀਂ, ਜਿਹਦਾ ਦੋਸ਼ ਕੋਈ ਨਹੀਂਗਾ, ਉਹਨੂੰ ਅਦਾਲਤ ਸਮਨ ਕਰ ਸਕਦੀ ਆ। ਫਿਰ ਸੁਪਰੀਮ ਕੋਰਟ ਨੇ 5 ਜੱਜਸ ਦਾ ਬੈਂਚ ਕਨਸਟੀਟਿਊਟ ਕੀਤਾ, ਇੱਕ ਕਨਸਟੀਟਿਊਸ਼ਨਲ ਬੈਂਚ। ਉਸ ਬੈਂਚ ਨੇ ਇਸੇ FIR 35 ਦੇ ਜਿਹੜੀ ਸਮਨਿੰਗ ਸੀ ਫਾਜ਼ਿਲਕਾ ਅਦਾਲਤ ਵੱਲੋਂ ਉਹਨੂੰ ਕੋਸ਼ ਕਰ ਦਿੱਤਾ। ਔਰ ਇਸੇ FIR ਦੇ ਆਧਾਰ ਤੇ ਬੀਜੇਪੀ ਨੇ ਆਪਣਾ ਗੁੱਸਾ ਕੱਢਿਆ ਕਿਉਂਕਿ ਮੈਂ ਯੂਆਪਾ ਦੇ ਕੇਸ ਲੜਦਾ ਸੀ, ਕਿਸਾਨਾਂ ਦੇ ਅੰਦੋਲਨ ਵਿੱਚ ਹਿੱਸਾ ਲੈਂਦਾ ਸੀ। ਇਸੇ FIR ਨੂੰ ਆਧਾਰ ਬਣਾ ਕੇ ਮੇਰੇ ਤੇ ਉਹਨਾਂ ਨੇ PMLA ਦਾ ਕੇਸ ਬਣਾਤਾ। ਹੁਣ ਮੈਂ ਤਾਂ ਹਾਈ ਕੋਰਟ ਗਿਆ ਸੀਗਾ ਕਿ ਜਦ ਮੇਰੀ ਆ ਸਮਨਿੰਗ ਕੋਰਟ ਦੀ ਸਮਨਿੰਗ ਹੀ ਖਤਮ ਹੋ ਗਈ ਆ FIR 35 ਚ, ਤੇ ਮੈਂ ਤਾਂ ਹਾਈ ਕੋਰਟ ਗਿਆ ਹਾਂ ਕਿ ਕੁਐਸ਼ ਕਰ ਦਿਓ ਸਾਰਾ ਮਾਮਲਾ। ਕੁਐਸ਼ਿੰਗ ਦੀ ਮੇਰੀ 6 ਅਕਤੂਬਰ ਡੇਟ ਲੱਗੀ ਹੋਈ ਆ ਫॉर ਸਟੇਇੰਗ ਦ ਪ੍ਰੋਸੀਡਿੰਗਸ ਆਫ PMLA ਕੋਰਟ। ਇਧਰੋਂ ਉਸੇ FIR ਵਿੱਚ ਭਗਵੰਤ ਮਾਨ ਜਦੋਂ ਮੇਰੇ ਨਾਲ ਬਹਿ ਕੇ ਸਪੋਰਟ ਕਰਦਾ ਸੀ ਕੁਲਤਾਰ ਸੰਧਵਾ ਤੇ ਅਮਨ ਅਰੋੜਾ, ਉਸੇ FIR ਵਿੱਚ ਹੁਣ ਇਹਨਾਂ ਨੂੰ ਮੈਂ ਦੋਸ਼ੀ ਲੱਗਣ ਲੱਗ ਗਿਆ ਕਿਉਂਕਿ ਇਹਨਾਂ ਦੇ ਕੋਲ ਹੋਰ ਕੁਝ ਹੈ ਨਹੀਂ ਸੀਗਾ। ਪਹਿਲਾਂ ਜਿਹੜੇ ਪਰਚੇ ਦਰਜ ਕੀਤੇ ਉਹਦੇ 'ਚ ਮੇਰੀ ਐਂਟੀਸਿਪੇਟਰੀ ਬੇਲ ਹੋ ਗਈ ਤੇ ਹੁਣ ਇਹਨਾਂ ਨੇ ਮੈਨੂੰ ਅਰੈਸਟ ਕੀਤਾ ਉਸੇ FIR। ਔਰ ਸੁਣੋ, ਬਿਲਕੁਲ ਇਹੀ ਚਾਰजेस, ਕਾਲ ਰਿਕਾਰਡ ਸੀ ਜੀ, ਡਰੱਗ ਮਨੀ ਸੀ ਜੀ, ਸਾਰਾ ਝੂਠੋ ਝੂਠ ਬਣਾ ਕੇ ਇਹੀ ਤਾਂ ਚਲਾਨ ਮੇਰਾ ED ਦਾ ਵਾ। ਇਹੀ 78 ਦਿਨ 80 ਦਿਨ ਮੈਂ ਜੇਲ੍ਹ ਕੱਟੀ ਆ ਔਰ ਹਾਈ ਕੋਰਟ ਦੇ ਜੱਜ ਸਾਹਿਬ ਨੇ ਮੈਨੂੰ ਰੈਗੂਲਰ ਬੇਲ ਗ੍ਰਾਂਟ ਕੀਤੀ ਹੈ ਇਸੇ ਹੀ ਇਲਜ਼ਾਮ 'ਚ। ਕੈਨ ਯੂ ਪਨਿਸ਼ ਅ ਪਰਸਨ ਅਗੇਨ ਐਂਡ ਅਗੇਨ ਫॉर द ਸੇਮ ਕ੍ਰਾਈਮ, 1 time 2 time 3 times? ਆ ਸਾਡੇ ਦੇਸ਼ ਦਾ ਇਸ ਵਕਤ ਪੰਜਾਬ ਦੇ ਵਿੱਚ ਗੁੰਡਿਆਂ ਦਾ ਰਾਜ, ਬਦਮਾਸ਼ਾਂ ਦਾ। ਔਰ ਇਹ ਅੱਜ ਚੱਲ ਰਿਹਾ SIT ਦੇ ਮੈਨੂੰ ਅਫਸੋਸ, ਲਾਸਟ ਮਿੰਟ 1 ਮਿੰਟ, SIT ਦੇ ਮੈਨੂੰ ਅਫਸੋਸ ਆ। ਵਾਟ ਇਜ਼ SIT? ਸਪੈਸ਼ਲ ਇਨਵੈਸਟੀਗੇਟਿੰਗ ਟੀਮ। ਆ ਸਵਪਨ ਸ਼ਰਮਾ ਉਹਦਾ ਹੈਗਾ, ਇਹਦਾ ਫਰਜ਼ ਨਹੀਂ ਸੀ ਬਣਦਾ, ਮੈਂ ਇਲੈਕਟਿਡ MLA ਆ, ਥਰਾਈਸ ਫਾਰਮਰ ਲੀਡਰ ਆਫ ਆਪੋਜੀਸ਼ਨ, ਇਹ ਮੈਨੂੰ ਨੋਟਿਸ ਭੇਜਦਾ, ਮੈਂ ਜਾਂਦਾ, ਮੇਰੀ ਗੱਲ ਤਾਂ ਸੁਣ ਲੈਂਦਾ, ਮੇਰੇ ਸੁਪਰੀਮ ਕੋਰਟ ਦੇ ਆਰਡਰਸ ਤਾਂ ਦੇਖ ਲੈਂਦਾ, ਮੇਰੀ ਹਾਈ ਕੋਰਟ ਦੀ ਬੇਲ ਤਾਂ ਦੇਖ ਲੈਂਦਾ, ਬਸ ਕਿਸੇ ਤਰੀਕੇ ਨਾਲ ਖੂਨ ਦੇ ਪਿਆਸੇ ਹੋਏ ਸੀਗੇ। ਲਾਈਕ ਆਈ ਸੈਡ, ਆਮ ਸੈਡਨਡ। Officers like Swapan Sharma who have become paid mercenaries of the government, ਇਹ ਮੈਨੂੰ ਦੁੱਖ ਇਸ ਗੱਲ ਦਾ ਵਾ। ਇਹਨਾਂ ਦਾ ਕੰਮ ਨਹੀਂਗਾ, ਇਹਨਾਂ ਦਾ ਕੰਮ ਹੈਗਾ ਸੰਵਿਧਾਨ ਤੋਂ ਤਨਖਾਹ ਲੈਂਦੇ ਨੇ ਇਹ ਕਿਸੇ ਭਗਵੰਤ ਮਾਨ ਦੇ ਜੁੱਤੀ ਚੱਟ ਨਹੀਂ ਬਣਨਾ ਚਾਹੀਦਾ ਇਹਨਾਂ ਨੂੰ, ਉਹਦੇ ਤੋਂ ਤਨਖਾਹ ਨਹੀਂ ਲੈਣੀ ਚਾਹੀਦੀ। ਔਰ ਭਗਵੰਤ ਸੁਣ ਲਾ ਤੂੰ ਚੰਗੀ ਤਰ੍ਹਾਂ ਨਾਲ, ਰਾਜ ਹਮੇਸ਼ਾ ਨਹੀਂ ਰਹਿੰਦਾ ਇਕਸਾਰ, ਤੇ ਰਾਜ ਪਰਿਵਰਤਨ ਹੋਵੇਗਾ ਤੇ ਅਸੀਂ ਤਾਂ ਭੁਗਤ ਲਈਆਂ ਵਾ। ਮੈਂ ਜੇਲ੍ਹ ਵੀ ਕਈ ਵਾਰੀ ਜਾਇਆ, ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਬੜੀ ਵਾਰੀ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਜੇਲ੍ਹ ਗਏ ਨੇ। ਤੂੰ ਸਾਡੇ ਨੌਜਵਾਨਾਂ ਨੂੰ